ਗੁੱਡ ਈਵਨਿੰਗ ਸਟੂਡੈਂਟਸ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੜਾਂਗੇ ਵਟ ਇਜ਼ ਮੋਲੀਕਿਊਲ। ਮੋਲੀਕਿਊਲ ਕੀ ਹੁੰਦੇ ਹਨ। ਮੋਲੀਕਿਊਲ ਨੂੰ ਪੜਨ ਤੋਂ ਪਹਿਲਾਂ ਇੱਕ ਗੱਲ ਦੱਸਣਾ ਚਾਹਾਂਗਾ ਕਿ ਐਟਮਸ ਨੂੰ ਆਪਾਂ ਕਿਉਂ ਪੜ੍ਹਦੇ ਪਏ ਹਾਂ, ਕਿਉਂਕਿ ਆਪਾਂ ਜਾਣਨਾ ਚਾਹੁੰਦੇ ਹਾਂ ਵੀ ਹਰੇਕ ਚੀਜ਼ ਮੈਟਰ ਹੈ ਜਿਹੜਾ ਹਰੇਕ ਚੀਜ਼ ਉਹ ਕਾਹਦੀ ਬਣੀ ਹੋਈ ਹੈ। ਤਾਂ ਆਪਾਂ ਨੂੰ ਪਤਾ ਲੱਗਿਆ ਕਿ ਹਰੇਕ ਚੀਜ਼ ਦੀ ਸਭ ਤੋਂ ਛੋਟੀ ਜਿਹੜੀ ਚੀਜ਼ ਹੈਗੀ ਹੈ ਉਹ ਹੈਗੀ ਹੈ ਐਟਮ। ਠੀਕ ਹੈ, ਇਦਾਂ ਤਰ੍ਹਾਂ ਆਪਾਂ ਕੱਲ ਇੱਕ ਗੱਲ ਪੜ੍ਹੀ ਸੀ, ਹਾਊ ਡੂ ਐਟਮਸ ਐਗਜ਼ਿਸਟ, ਐਟਮ ਕਿਵੇਂ ਐਗਜ਼ਿਸਟ ਕਰਦੇ ਨੇ। ਤਾਂ ਆਪਾਂ ਇਹਦੇ ਵਿੱਚ ਪੜ੍ਹਿਆ ਕਿ ਐਟਮਸ ਆਫ ਮੋਸਟ ਐਲੀਮੈਂਟਸ ਆਰ ਨੋਟ ਏਬਲ ਟੂ ਐਗਜ਼ਿਸਟ ਇੰਡੀਪੈਂਡੈਂਟਲੀ। ਵਾਧੂ ਸਾਰੇ ਐਲੀਮੈਂਟਸ ਐਵੇਂ ਦੇ ਹੈਗੇ ਨੇ, ਵਾਧੂ ਸਾਰੀਆਂ ਚੀਜ਼ਾਂ ਐਵੇਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਐਟਮ ਜਿਹੜੇ ਨੇ ਕੱਲੇ ਰਹਿ ਹੀ ਨਹੀਂ ਸਕਦੇ। ਐਟਮਸ ਫਾਰਮ ਮੋਲੀਕੂਲਸ, ਐਟਮਸ ਮੋਲੀਕੂਲ ਬਣਾਉਂਦੇ ਨੇ ਤੇ ਆਇਨਸ ਬਣਾਉਂਦੇ ਨੇ। ਥੀਸ ਮੋਲੀਕੂਲਸ ਔਰ ਆਇਨਸ ਐਗਰੀਗੇਟ ਇਨ ਲਾਰਜ ਨੰਬਰ ਟੂ ਫਾਰਮ ਦਾ ਮੈਟਰ। ਕਹਿੰਦੇ ਇਹ ਆਇਨਸ ਜਾਂ ਫਿਰ ਇਹ ਮੋਲੀਕਿਊਲਸ ਇਕੱਠੇ ਹੁੰਦੇ ਨੇ ਤੇ ਵਾਧੂ ਸਾਰੇ ਇਕੱਠੇ ਹੋਣ ਤੋਂ ਬਾਅਦ ਇਹ ਕੀ ਬਣਾ ਦਿੰਦੇ ਨੇ, ਮੈਟਰ, ਕੋਈ ਚੀਜ਼ ਬਣਾ ਦਿੰਦੇ ਨੇ। ਜਿਵੇਂ ਤੁਹਾਡੇ ਹੱਥ ਵਿੱਚ ਜਿਹੜਾ ਪੈਨ ਹੈ ਇਹ ਬਣ ਗਿਆ, ਜਿਵੇਂ ਕੋਈ ਚੇਅਰ ਹੈ ਇਹ ਬਣ ਗਈ, ਜਿਵੇਂ ਪਾਣੀ ਹੋ ਗਿਆ ਆਪਣੇ ਕੋਲ ਵਾਟਰ ਹੈ ਇਹ ਬਣ ਗਿਆ, ਹਨਾ, ਐਵੇਂ ਦੀ ਚੀਜ਼ਾਂ ਬਣਾਉਂਦੇ ਨੇ। ਅੱਜ ਆਪਾਂ ਪੜਾਂਗੇ ਵਟ ਇਜ਼ ਮੋਲੀਕਿਊਲ। ਮੋਲੀਕਿਊਲ ਨੂੰ ਸਟੱਡੀ ਕਰਨ ਤੋਂ ਪਹਿਲਾਂ ਇੱਕ ਗ੍ਰਾਫ ਹੈ, ਇੱਕ ਚਾਰਟ ਹੈ, ਇਹਨੂੰ ਆਪਾਂ ਸਮਝਾਂਗੇ। ਦੇਖਿਆ ਜੀ, ਪਿਓਰ ਸਬਸਟੈਂਸਿਸ ਨੂੰ ਵੰਡ ਦਿੱਤਾ ਦੋ ਹਿੱਸਿਆਂ 'ਚ, ਐਲੀਮੈਂਟਸ ਤੇ ਕੰਪਾਊਂਡਸ। ਜਦੋਂ ਇਹ ਚਾਰਟ ਤੁਹਾਡਾ ਕੰਪਲੀਟ ਹੋ ਜਾਏਗਾ ਨਾ, ਤੁਹਾਨੂੰ ਪਤਾ 5-6 ਗੱਲਾਂ ਕਲੀਅਰ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਦੀਆਂ, ਵੀ ਐਲੀਮੈਂਟ ਕੀ ਹੁੰਦੇ ਨੇ, ਕੰਪਾਊਂਡ ਕੀ ਹੁੰਦੇ ਨੇ, ਐਟਮਸ ਕੀ ਹੁੰਦੇ ਨੇ, ਮੋਲੀਕਿਊਲਸ ਕੀ ਹੁੰਦੇ ਨੇ, ਆਇਨਿਕ ਕੰਪਾਊਂਡਸ ਕਿਹੜੇ ਹੁੰਦੇ ਨੇ। ਤਾਂ ਪਿਓਰ ਸਬਸਟੈਂਸਿਸ ਨੂੰ ਵੰਡ ਦਿੱਤਾ ਦੋ ਚੀਜ਼ਾਂ 'ਚ, ਐਲੀਮੈਂਟਸ ਤੇ ਕੰਪਾਊਂਡਸ। ਐਲੀਮੈਂਟਸ ਦੋ ਤਰ੍ਹਾਂ ਨਾਲ ਬਣੇ ਹੋ ਸਕਦੇ ਨੇ। ਨੰਬਰ 1, ਐਲੀਮੈਂਟ ਬਣਿਆ ਹੋ ਸਕਦਾ ਐਟਮਸ ਤੋਂ। ਐਟਮਸ ਤੋਂ ਮਤਲਬ ਕੱਲਾ ਐਟਮ ਹੈ ਜਿਹੜਾ ਉਹ ਇਕੱਲਾ ਵੀ ਰਹਿ ਸਕਦਾ ਹੈ ਤੇ ਗਰੁੱਪ 'ਚ ਵੀ ਰਹਿ ਸਕਦਾ ਹੈ। ਜਿਵੇਂ ਐਗਜ਼ਾਮਪਲ ਦਿੱਤੀ ਹੈ ਨਿਓਨ ਦੀ, ਇਹ ਇਕੱਲਾ ਵੀ ਰਹਿ ਸਕਦਾ ਤੇ ਗਰੁੱਪ 'ਚ ਵੀ ਰਹਿ ਸਕਦਾ। ਸਿਲੀਕਨ ਦੀ ਸ਼ੀਟ ਲੈ ਲਓ, ਮੰਨ ਲਓ ਆ ਕੋਈ ਸ਼ੀਟ ਹੈਗੀ ਹੈ, ਜੇ ਮੈਂ ਕਹਾਂ ਇਹ ਐਲੀਮੈਂਟ ਐਟਮਸ ਤੋਂ ਬਣਿਆ ਹੈ ਤਾਂ ਮੈਨੂੰ ਇੱਕ ਹੋਰ ਗੱਲ ਕਹਿਣੀ ਪਏਗੀ, ਇਹ ਐਲੀਮੈਂਟ ਕਾਹਦੇ ਤੋਂ ਬਣਿਆ, ਮੈਂ ਕਹਿੰਦਾ ਐਟਮਸ ਤੋਂ, ਤਾਂ ਮੈਨੂੰ ਇਹ ਕਹਿਣਾ ਪਏਗਾ ਨਾਲ ਵੀ ਜਿਹੜੇ ਐਟਮਸ ਤੋਂ ਬਣਿਆ ਹੈ ਉਹ ਐਟਮ ਇਕੱਲਾ ਵੀ ਰਹਿ ਸਕਦਾ ਹੈ। ਠੀਕ ਹੈ, ਜੇ ਉਹ ਐਟਮ ਇਕੱਲਾ ਨਹੀਂ ਰਹਿ ਸਕਦਾ, ਉਹਨੂੰ ਆਪਦੇ ਨਾਲ ਲੱਗਵਾ ਹੀ ਸਾਥੀ ਚਾਹੀਦਾ ਹੀ ਚਾਹੀਦਾ, ਭਾਵੇਂ ਇੱਕ ਸਾਥੀ ਚਾਹੀਦਾ ਤੇ ਭਾਵੇਂ ਦੋ ਸਾਥੀ ਚਾਹੀਦੇ ਨੇ, ਤਾਂ ਉਹਨੂੰ ਆਪਾਂ ਕਹਿ ਦਿੰਦੇ ਆ molecules of elements। ਉਹਨੂੰ ਆਪਾਂ ਕੀ ਕਹਿ ਦਿੰਦੇ ਆ, molecules of elements। ਜਿਵੇਂ ਆਕਸੀਜਨ, ਇੱਕ ਸਿਲੰਡਰ ਲੈ ਲਓ, ਉਹਦੇ ਚ ਆਕਸੀਜਨ ਗੈਸ ਹੈਗੀ ਹੈ। ਇਹ ਆਕਸੀਜਨ ਗੈਸ ਜਿਹੜੀ ਹੈ ਇਹ ਹਮੇਸ਼ਾ O2 ਦੀ ਫਾਰਮ ਚ ਹੋਏਗੀ। O2 ਦੀ ਫਾਰਮ ਚ ਮਤਲਬ ਦੋ ਆਕਸੀਜਨ ਤੁਹਾਨੂੰ ਹਮੇਸ਼ਾ ਇਕੱਠੀਆਂ ਮਿਲਣਗੀਆਂ। ਜਦੋਂ ਸੇਮ ਐਟਮਸ ਮਿਲ ਕੇ ਇੱਕ ਮੋਲੀਕਿਊਲ ਬਣਾਉਂਦੇ ਨੇ ਤਾਂ ਉਹਨੂੰ ਕਹਿੰਦੇ ਆ molecules of elements। ਕੰਪਾਊਂਡਸ ਦੀ ਗੱਲ ਕਰਾਂ, ਕੰਪਾਊਂਡਸ ਮੋਲੀਕੂਲਰ ਕੰਪਾਊਂਡਸ ਹੁੰਦੇ ਨੇ, ਮੋਲੀਕਿਊਲਸ ਆਫ ਕੰਪਾਊਂਡ ਕਹਿ ਦਿੰਦੇ ਨੇ, ਮੋਲੀਕੂਲਰ ਕੰਪਾਊਂਡਸ ਹੁੰਦੇ ਨੇ। ਜਿਵੇਂ H2, ਇੱਕ ਗਲਾਸ ਦੇ ਵਿੱਚ ਪਾਣੀ ਲੈ ਲਿਆ ਇੱਕ ਗਲਾਸ ਦੇ ਵਿੱਚ, ਇਹਨੂੰ ਮੈਂ ਜਦੋਂ ਤੋੜ ਕੇ ਵੇਖਿਆ ਤਾਂ ਸਭ ਤੋਂ ਛੋਟੀ ਚੀਜ਼ ਜਿਹੜੀ ਕਿ ਵਾਟਰ ਦੀ ਆਈ, ਉਹ ਆਈ H2 ਤੇ O। ਜੇ ਇਹਨੂੰ ਮੈਂ ਹੋਰ ਤੋੜਦਾ ਸੀ ਤਾਂ H ਵੱਖਰਾ ਹੋ ਜਾਂਦਾ ਸੀ, O ਵੱਖਰਾ ਹੋ ਜਾਂਦਾ ਸੀ, ਜਿਹੜਾ ਕਿ ਪਾਣੀ ਦਾ ਮੋਲੀਕਿਊਲ ਰਹਿੰਦਾ ਹੀ ਨਹੀਂ ਸੀ। ਐਵੇਂ ਦੇ ਮੋਲੀਕਿਊਲਸ ਜਿਹੜੇ ਅਲੱਗ-ਅਲੱਗ ਐਟਮਸ ਤੋਂ ਬਣੇ ਹੋਏ ਨੇ ਤੇ ਇੱਕ ਕੰਪਾਊਂਡ ਬਣਾਉਂਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਆ ਮੋਲੀਕੂਲਰ ਕੰਪਾਊਂਡਸ। ਠੀਕ ਹੈ, ਜਿਵੇਂ ਮੈਂ ਇਹਦੇ ਵਿੱਚ ਦਿਖਾਇਆ ਰੈੱਡ ਕਲਰ ਜਿਹੜਾ ਹੈਗਾ ਹੈ, ਆਹ ਵਾਲਾ ਰੈੱਡ ਕਲਰ, ਇਹਨੂੰ ਮੈਂ ਇੱਕ ਮਿੰਟ ਚੇਂਜ ਕਰਨਾ। ਜਿਹੜਾ ਰੈੱਡ ਕਲਰ ਹੈਗਾ ਰਾਜੇ, ਇਹ ਦੱਸਦਾ H ਲੱਗੀ ਹੈ ਤੇ H ਲੱਗੀ ਹੈ। ਜਿਹੜਾ ਆਹ ਵਾਲਾ ਸੈਂਟਰ 'ਚ ਇਹ ਇੱਕ ਆਕਸੀਜਨ ਨੂੰ ਦੱਸਦਾ ਹੈ। ਤਾਂ H2O। ਅਲੱਗ-ਅਲੱਗ ਮੋਲੀਕੂਲਸ ਤੋਂ ਬਣੇ ਹੋਏ ਐਟਮਸ ਜੁੜਦੇ ਨੇ ਤਾਂ ਮੋਲੀਕੂਲਰ ਕੰਪਾਊਂਡ, ਸੇਮ ਮੋਲੀਕੂਲਸ ਜੁੜਦੇ ਨੇ ਤਾਂ ਮੋਲੀਕੂਲਸ ਆਫ ਐਲੀਮੈਂਟਸ। ਠੀਕ ਹੈ, ਤੇ ਜੇ ਕੱਲਾ ਵੀ ਰਹਿ ਸਕਦਾ ਹੈ ਤਾਂ ਐਟਮ ਕਹਿ ਦਿੰਦੇ ਆਪਾਂ ਉਹਨੂੰ। ਐਲੀਮੈਂਟ ਦਾ ਐਟਮ, ਐਲੀਮੈਂਟ ਦੇ ਮੋਲੀਕੂਲ, ਕੰਪਾਊਂਡ ਦੇ ਮੋਲੀਕੂਲ ਤੇ ਕੰਪਾਊਂਡ ਦੇ ਆਇਨਿਕ।
ਆਇਨਿਕ ਕੰਪਾਊਂਡਸ ਕਿਹੜੇ ਹੁੰਦੇ ਨੇ ਜਿਹੜੇ ਮੈਟਲ ਤੇ ਨੋਨ ਮੈਟਲ ਨੂੰ ਮਿਲਾ ਕੇ ਬਣਦੇ ਨੇ ਜਿਵੇਂ NaCl ਇਹਨਾਂ ਉੱਤੇ ਕੁਝ ਚਾਰजेस ਵੀ ਹੁੰਦੇ ਨੇ ਜਿਹੜੇ ਆਪਾਂ ਪੜਾਂਗੇ ਠੀਕ ਹੈ ਅੱਗੋਂ ਚੱਲਦੇ ਆ ਕੀ ਕਹਿੰਦਾ ਹੈ ਬੁੱਕ ਵਾਲਾ ਆਪਣਾ ਵੀਰਾ ਉਹਨੂੰ ਪੜ੍ਹਦੇ ਆਪਾਂ ਚੰਗੀ ਤਰ੍ਹਾਂ what is molecule a molecule is in general a group of two or more atoms that are chemically bonded together that is tightly held together by attractive forces ਕਹਿੰਦਾ ਇੱਕ molecule ਕੀ ਹੈ ਗਰੁੱਪ ਹੈਗਾ ਦੋ ਐਟਮਸ ਦਾ ਜਾਂ ਦੋ ਤੋਂ ਜ਼ਿਆਦਾ ਐਟਮਸ ਦਾ ਜਿਹੜੇ ਕਿ ਆਪਸ ਦੇ ਵਿੱਚ ਜੁੜੇ ਹੋਏ ਨੇ ਕੈਮੀਕਲੀ ਬੌਂਡ ਬਣਿਆ ਹੋਇਆ ਇਹਨਾਂ ਦੇ ਵਿੱਚ ਕੁਝ ਅਟਰੈਕਟਿਵ ਫੋਰਸਿਸ ਹੈਗੀਆਂ ਨੇ ਜਿਵੇਂ ਮੈਗਨੇਟਸ ਦੇ ਵਿੱਚ ਹੁੰਦੀਆਂ ਨੇ ਮੈਗਨੇਟਸ ਇੱਕ ਦੂਜੇ ਦੇ ਨਾਲ ਚਿਪਕ ਕੇ ਰਹਿੰਦੇ ਨੇ ਉਵੇਂ ਹੀ ਇਹਨਾਂ ਦੇ ਵਿੱਚ ਕੁਝ ਫੋਰਸਿਸ ਨੇ ਜਿਹੜੀਆਂ ਇਹਨਾਂ ਨੂੰ ਬਣਾ ਕੇ ਰੱਖਦੀਆਂ ਨੇ A molecule can be defined as the smallest particle of an element molecule ਨੂੰ ਮੈਂ ਕਿਸੇ ਐਲੀਮੈਂਟ ਦਾ smallest particle ਕਹਿ ਸਕਣਾ ਕਿਵੇਂ ਜਿਵੇਂ ਆਕਸੀਜਨ ਦਾ ਸਿਲੰਡਰ ਲਿਆ ਸੀ ਉਹਦੇ ਚ ਸਭ ਤੋਂ ਛੋਟਾ ਜਿਹੜਾ ਚੀਜ਼ ਮੈਨੂੰ ਲੱਭੀ ਸੀ ਉਹ O2 ਹੈਗੀ ਸੀ ਜੇ ਮੈਂ ਇਹਨੂੰ ਤੋੜਦਾ ਸੀ ਉਹਦੇ ਵਿੱਚ ਤਾਂ ਇਹ ਰਹਿੰਦੀ ਹੀ ਨਹੀਂ ਸੀ ਇਕੱਲੀ ਇਹ ਕਹਿੰਦੀ ਮੈਂ ਇਕੱਲੀ ਨਹੀਂ ਰਹਿ ਸਕਦੀ ਤਾਂ ਫਿਰ ਇਹ ਜੁੜ ਕੇ ਫਿਰ O2 ਬਣਾ ਦਿੰਦੀ ਪਈ ਸੀ ਤਾਂ ਸਭ ਤੋਂ ਛੋਟੀ ਆਕਸੀਜਨ ਜਿਹੜੀ ਲੱਭੀ O2 ਹੀ ਲੱਭੀ ਅੱਛਾ ਤਾਂ ਸਮੋਲੈਸਟ ਪਾਰਟੀਕਲ ਕਿਸੇ ਐਲੀਮੈਂਟ ਦਾ ਵੀ ਹੋ ਸਕਦਾ ਹੈ ਔਰ ਕੰਪਾਊਂਡ ਕਿਸੇ ਕੰਪਾਊਂਡ ਦਾ ਵੀ ਹੋ ਸਕਦਾ ਹੈ ਜਿਵੇਂ H2O ਸਮੋਲੈਸਟ ਇਹਨੂੰ ਮੈਂ ਤੋੜਦਾ ਸੀ ਇਹ H2 ਵੱਖਰਾ ਆਕਸੀਜਨ ਵੱਖਰੀ ਹੋ ਜਾਂਦੀ ਸੀ ਇਹਦੇ ਵਿੱਚੋਂ 2H2O ਨੂੰ ਤੋੜਦੇ ਆਪਾਂ ਠੀਕ ਹੈ ਐਵੇਂ ਵੱਖਰਾ ਹੋ ਜਾਂਦਾ ਸੀ ਸਿਸਟਮ ਦਾ ਜੇ ਐਵੇਂ ਹੁੰਦਾ ਹੈ ਤਾਂ ਫਿਰ ਇਹ ਤਾਂ ਆਪਦੇ ਗੈਸਿਸ ਬਣ ਜਾਂਦੀਆਂ ਨੇ ਤੇ ਇਹ ਫਿਰ ਉੱਡ ਜਾਂਦੇ ਸੀ ਮਤਲਬ ਇਹ ਇਕੱਲੇ ਨਹੀਂ ਰਹਿੰਦੇ ਸੀਗੇ ਇਹ ਕਹਿੰਦੇ ਅਸੀਂ ਵੀ ਐਵੇਂ ਰਹਿਣਾ ਜੇ ਅਲੱਗ-ਅਲੱਗ ਮੋਲੀਕਿਊਲਸ ਜੁੜ ਕੇ ਰਹਿੰਦੇ ਨੇ ਤਾਂ ਆਪਾਂ ਕਹਿੰਦੇ ਆ ਮੋਲੀਕਿਊਲਸ ਆਫ ਕੰਪਾਊਂਡ ਤੇ ਜੇ ਇੱਕੋ ਨਾਲ ਦੇ ਮੋਲੀਕਿਊਲਸ ਜੁੜ ਕੇ ਰਹਿੰਦੇ ਨੇ ਤੇ ਇੱਕ ਪਾਰਟਿਕੂਲਰ ਚੀਜ਼ ਬਣਾਉਂਦੇ ਨੇ ਇੱਕ ਮੋਲੀਕਿਊਲ ਬਣਾਉਂਦੇ ਨੇ ਤਾਂ ਆਪਾਂ ਉਹਨੂੰ ਕਹਿੰਦੇ ਆ ਐਲੀਮੈਂਟਸ ਦੇ ਮੋਲੀਕਿਊਲਸ ਠੀਕ ਹੈ ਇਹੀ ਗੱਲ ਉਹਨੇ ਕੀਤੀ ਐਂਡ ਸ਼ੋ ਆਲ ਦਾ ਪ੍ਰੋਪਰਟੀਜ਼ ਆਫ ਦੈਟ ਸਬਸਟੈਂਸ ਆਕਸੀਜਨ ਕੱਲੀ ਪੂਰੇ ਗੈਸ ਸਿਲੰਡਰ ਦੀ ਆਕਸੀਜਨ ਦਾ ਆਪਾਂ ਨੂੰ ਦੱਸਦੀ ਹੈ ਵੀ ਇਹਦੇ ਚ ਕੀ ਹੈਗੀ ਹੈ ਉਵੇਂ ਹੀ H2O ਕੱਲਾ ਹੀ ਆਪਾਂ ਨੂੰ ਦੱਸਦਾ ਵੀ ਪਾਣੀ ਦਾ ਫਾਰਮੂਲਾ ਇਹ ਹੈਗਾ ਭਾਵੇਂ ਜਿੱਥੇ ਮਰਜ਼ੀ ਚੱਲੇ ਜਾਓ ਐਟਮ ਆਫ ਦਾ ਸੇਮ ਐਲੀਮੈਂਟ or of different element can join together to form molecule ਕਹਿੰਦਾ ਐਟਮ ਸੇਮ ਐਲੀਮੈਂਟਸ ਦੇ ਜਿਵੇਂ ਆ ਸੇਮ ਐਲੀਮੈਂਟਸ ਦੇ ਜੁਆਇਨ ਕਰਕੇ ਕੀ ਬਣਾਉਂਦੇ ਨੇ ਇੱਕ ਮੋਲੀਕਿਊਲ ਕਾਹਦਾ ਮੋਲੀਕਿਊਲ ਬਣ ਗਿਆ O2 ਦਾ ਐਟਮ ਡਿਫਰੈਂਟ ਐਲੀਮੈਂਟ ਦੇ ਜਿਵੇਂ H2O ਇੱਕ ਦੋ H ਤੇ ਇੱਕ O ਇਹ ਵੀ ਜੋੜ ਕੇ ਕੀ ਬਣਾਉਂਦੇ ਨੇ ਮੋਲੀਕਿਊਲ ਤੇ ਜਿਹੜੇ ਆਹ ਵਾਲੇ ਡਿਫਰੈਂਟ ਦੇ ਹੁੰਦੇ ਨੇ ਇਹਨਾਂ ਨੂੰ ਕਹਿੰਦੇ ਆ ਮੋਲੀਕਿਊਲਸ ਆਫ ਕੰਪਾਊਂਡ ਜਿਹੜੇ ਕਿ ਸੇਮ ਦੇ ਹੁੰਦੇ ਨੇ ਇਹਨਾਂ ਨੂੰ ਕਹਿੰਦੇ ਆ ਐਲੀਮੈਂਟਸ ਦੇ ਮੋਲੀਕਿਊਲਸ ਜਾਂ ਫਿਰ ਮੋਲੀਕਿਊਲਸ ਆਫ ਐਲੀਮੈਂਟਸ ਚਲੋ ਅੱਗੇ ਚੱਲਦੇ ਆ ਇਹੀ ਗੱਲਾਂ ਨੂੰ ਆਪਾਂ ਰਿਪੀਟ ਕਰਨਾ ਹੈ ਬਸ ਤੁਸੀਂ ਮੇਰੇ ਨਾਲ ਸਮਝਣੀਆਂ ਨੇ ਇਹ ਗੱਲਾਂ molecules of elements ਕਿਹਨਾਂ ਨੂੰ ਕਿਹਾ ਜਾਂਦਾ ਹੈ molecules of an element are constituted by the same type of atoms ਜਦੋਂ same type of atoms ਜੁੜਨਗੇ 2 ਜੁੜ ਜਾਣ 3 ਜੁੜ ਜਾਣ 5 ਜੁੜ ਜਾਣ 20 ਜੁੜ ਜਾਣ ਤਾਂ ਉਹ ਕੀ ਬਣੇਗਾ ਇੱਕ molecule of elements molecule of many elements such as argon helium are made up of only one atom of that element ਕਹਿੰਦਾ ਆਰਗਨ ਹੋ ਗਈ ਹੀਲੀਅਮ ਹੋ ਗਈ ਇਹ ਇਕੱਲੇ ਹੀ ਰਹਿੰਦੇ ਨੇ ਇਹ ਐਟਮਸ ਦੀ ਫਾਰਮ 'ਚ ਹੀ ਪਏ ਰਹਿੰਦੇ ਨੇ ਇਹਨੂੰ ਆਪਾਂ ਮੋਲੀਕੂਲ ਆਫ ਐਲੀਮੈਂਟਸ ਵੀ ਕਹਿ ਸਕਦੇ ਜੇ ਇਕੱਲੇ ਪਏ ਨੇ ਫਿਰ ਵੀ ਆਪਾਂ ਕਹਿ ਸਕਦੇ ਹਾਂ ਬਟ ਦਿਸ ਇਜ਼ ਨੋਟ ਦਾ ਕੇਸ ਵਿਦ ਮੋਸਟ ਆਫ ਦਾ ਨੋਨ ਮੈਟਲਸ ਕਹਿੰਦਾ ਇਹ ਜ਼ਿਆਦਾਤਰ ਇਹ ਕੇਸ ਨਹੀਂ ਹੈਗਾ ਜ਼ਿਆਦਾਤਰ ਨੋਨ ਮੈਟਲਸ ਦੇ ਨਾਲ ਫੋਰ ਐਗਜ਼ਾਮਪਲ a molecule of oxygen consists of two atoms of oxygen ਕਹਿੰਦਾ ਆਕਸੀਜਨ ਦੇ ਹਮੇਸ਼ਾ ਐਵੇਂ ਹੀ ਮਿਲਦਾ ਹੈ ਆਪਾਂ ਨੂੰ and hence it is known as diatomic molecules ਤਾਂ ਆਪਾਂ ਇਹਨਾਂ ਨੂੰ ਕੀ ਕਹਿ ਦਿੰਦੇ ਹਾਂ diatomic di ਦਾ ਮਤਲਬ 2 atomic ਦਾ ਮਤਲਬ ਐਟਮ ਦੋ ਐਟਮ ਵਾਲੇ molecules ਨੂੰ ਕੀ ਕਹਿ ਦਿੰਦੇ ਆ diatomic molecule if three atom of oxygen unite into a molecule ozone ਆਪਾਂ ਪੜ੍ਹੀਏ O3 ਹੁੰਦੀ ਹੈ ਇਹਨੂੰ ਕਹਿ ਦਿੰਦੇ ਆ triatomic molecule ਤਿੰਨ ਐਟਮਸ ਤੋਂ ਬਣਿਆ ਤਾਂ triatomic ਇੱਕੋ ਨਾਲ ਦੇ ਨੇ ਤਿੰਨੋਂ ਹੀ ਆਕਸੀਜਨ ਨੇ ਤਾਂ ਆਪਾਂ ਇਹਨੂੰ ਕਹਿੰਦੇ ਆ molecules of elements The number of atoms constituting a molecule is known as atomicity. Atomicity. ਕਿੰਨੇ ਐਟਮ ਸਿਟੀ ਦੇ ਵਿੱਚ ਰਹਿੰਦੇ ਨੇ ਸਿਟੀ ਦਾ ਮਤਲਬ ਸ਼ਹਿਰ ਕਿੰਨੇ ਐਟਮ ਉਸ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹਨੂੰ ਕੀ ਕਹਿੰਦੇ ਆ atomicity ਕਿੰਨੇ ਐਟਮਸ ਮਿਲ ਕੇ ਉਹ ਮੋਲੀਕਿਊਲ ਬਣਾਇਆ ਹੈ ਉਹਨੂੰ ਕੀ ਕਹਿੰਦੇ ਨੇ atomicity metals and some other elements
such as carbon do not have simple structure but consist of very large and indefinite number of atoms bound together। ਕਾਰਬਨ ਦੀ ਗੱਲ ਕਰਦਾ ਹੈ, ਕਹਿੰਦਾ ਕਾਰਬਨ ਦੇ ਕੋਲੋਂ ਸਿੰਪਲ ਸਟਰਕਚਰ ਨਹੀਂ ਹੈਗੀ। ਆਪਾਂ ਕਾਰਬਨ ਪੜ੍ਹਦੇ ਹਾਂ, ਹੀਰਾ ਜਿਹੜਾ ਹੈ ਆਪਣਾ ਡਾਇਮੰਡ ਹੈ, ਉਹਦੀ ਸਟਰਕਚਰ ਕਾਫੀ ਕੰਪਲੈਕਸ ਜੀ ਹੈ, ਜਿਹਨੂੰ ਕਿ ਆਪਾਂ ਪੜ੍ਹਦੇ ਹਾਂ ਤੇ ਕਹਿੰਦੇ ਉਹ ਵੀ ਬਣਾਉਂਦੀ ਹੈ ਬੌਂਡਸ। ਠੀਕ ਹੈ, ਅੱਗੋਂ ਚੱਲਦੇ ਆ। ਲੈਟ ਅਸ ਲੁੱਕ ਐਟ ਦਾ ਐਟੋਮਿਸਿਟੀ ਆਫ ਸਮ ਨੋਨ ਮੈਟਲਸ। ਕੁਝ ਨੋਨ ਮੈਟਲਸ ਦਿੱਤੇ ਨੇ, ਉਹਨਾਂ ਦੀ ਐਟੋਮਿਸਿਟੀ ਬਾਰੇ ਜਾਣਾਂਗੇ ਵੀ ਉਹ ਇਕੱਲੇ ਰਹਿੰਦੇ ਨੇ, ਕਿ 2 ਰਹਿੰਦੇ ਨੇ, ਕਿ 3 ਰਹਿੰਦੇ ਨੇ, ਕਿ 4। ਆਰਗਨ ਮੋਨੋਟੋਮਿਕ ਹੈਗਾ। ਆਰਗਨ ਮਤਲਬ ਇਕੱਲਾ ਇਕੱਲਾ ਹੀ ਰਹਿੰਦਾ ਹੈ। ਮੋਨੋਟੋਮਿਕ, ਮੋਨੋ ਮਤਲਬ ਇੱਕ, ਹੀਲੀਅਮ ਇਕੱਲੀ, ਆਕਸੀਜਨ ਡਾਈ, ਹਾਈਡਰੋਜਨ ਡਾਈਐਟੋਮਿਕ H2, नाइट्रोजन डायटोमिक, क्लोरीन Cl2 डायटोमिक, फॉस्फोरस टेट्रा मतलब 4, सल्फर पॉलीटोमिक, पॉली मतलब बादू सारे। ठीक है, ਮੋਲੀਕੂਲਸ ਆਫ ਕੰਪਾਊਂਡਸ, ਮੇਨ ਗੱਲ ਫਿਰ ਆ ਗਈ। ਮੋਲੀਕੂਲਸ ਆਫ ਕੰਪਾਊਂਡ ਕਿਹਨੂੰ ਕਹਾਂਗੇ? ਜਦੋਂ ਐਟਮਸ ਜੁੜਨਗੇ, ਇੱਕ ਮੋਲੀਕੂਲ ਬਣਾਉਣਗੇ, ਪਰ ਉਹ ਐਟਮਸ ਹੋਣੇ ਕੀ ਚਾਹੀਦੇ ਨੇ? ਅਲੱਗ-ਅਲੱਗ। ਜਿਵੇਂ 2H2, 2H ਹੋ ਗਏ ਤੇ ਇੱਕ ਆਕਸੀਜਨ ਹੋ ਗਈ। Atoms of different elements join together in definite proportion to form molecule of compound। ਕਹਿੰਦਾ different proportion ਚ ਹੋਣੇ ਚਾਹੀਦੇ, different elements ਹੋਣੇ ਚਾਹੀਦੇ ਨੇ, definite proportion ਹੋਣੀ ਚਾਹੀਦੀ ਹੈ। ਮੰਨ ਲਓ H2 ਹੋਏ, ਇੱਥੇ H2 ਹੋਏ, ਕੈਨੇਡਾ ਚਲੇ ਗਏ, ਉੱਥੇ ਵੀ H2 ਹੋਏ, ਸੇਮ proportion ਹੋਣੀ ਚਾਹੀਦੀ ਹੈ। ਪਰ ਐਲੀਮੈਂਟਸ ਵਿੱਚ ਡਿਫਰੈਂਸ ਨੇ ਨਾ, ਐਟਮ ਡਿਫਰੈਂਟ ਨੇ ਨਾ, H ਵੱਖਰੀ ਇੱਥੇ ਤੇ ਉਹ ਅਲੱਗ ਹੈ, ਸੇਮ ਨਹੀਂ ਹੈਗੇ। ਉੱਪਰ ਵਾਲੇ ਚ ਕੀ ਸੀਗਾ? ਆਕਸੀਜਨ ਸੀਗਾ, ਹਾਈਡਰੋਜਨ ਦਾ ਮੋਲੀਕੂਲ ਸੀਗਾ, क्लोरीन ਦਾ ਸੀਗਾ, ਸਲਫਰ ਦਾ ਸੀਗਾ। ਐਗਜ਼ਾਮਪਲ ਦੇਖਦੇ ਹਾਂ। ਵਾਟਰ ਕਾਦੇ ਕਾਦੇ ਤੋਂ ਬਣੀ ਹੈ? ਹਾਈਡਰੋਜਨ ਤੇ ਆਕਸੀਜਨ ਤੋਂ। ਹਾਈਡਰੋਜਨ 1 ਤੇ ਆਕਸੀਜਨ 8। ਇਹ ਰੇਸ਼ੀਓ ਬਾਏ ਮਾਸ ਉਹਨਾਂ ਨੇ ਕੀਤੀ ਹੈ। ਅਮੋਨੀਆ NH3 ਹੁੰਦਾ ਹੈ, NH3। ਨਾਈਟ੍ਰੋਜਨ ਦਾ ਮਾਸ ਕਿੰਨਾ? 14। ਹਾਈਡਰੋਜਨ ਦਾ ਮਾਸ ਕਿੰਨਾ? 1। 3 ਨਾਈਟ੍ਰੋਜਨ ਨੇ ਤਾਂ 3 ਦਾ ਮਾਸ ਹੋਏਗਾ 3, 14:3। ਕਾਰਬਨ ਡਾਈਆਕਸਾਈਡ CO2, ਇੱਕ ਕਾਰਬਨ ਦਾ ਮਾਸ ਕਿੰਨਾ ਹੁੰਦਾ ਹੈ? 12। ਆਕਸੀਜਨ 1 ਦਾ 16, 2 ਦਾ 32, 12:32। ਦੇਖੋ ਮੈਂ ਸਮਝਾਣਾ ਯਾਰ, ਮੈਨੂੰ ਲੱਗਦਾ ਗੜਬੜ ਕਰਦੇ ਪਏ ਤੁਸੀਂ। ਕਾਰਬਨ ਡਾਈਆਕਸਾਈਡ, ਕਾਰਬਨ ਦਾ ਐਟੋਮਿਕ ਮਾਸ 12, ਆਕਸੀਜਨ ਦਾ 16। ਆਕਸੀਜਨ ਹੈਗੀਆਂ ਕਿੰਨੀਆਂ ਨੇ? 2, 16 into 2 which is 32। ਤਾਂ 12:32 ਕਰ ਦੋ ਡਿਵਾਈਡ, 4 ਦੇ ਟੇਬਲ ਤੇ ਕਰ ਦੋ, 3:8, 3:8 ਆ ਗਿਆ। Activity, refer to table 3.4 for ratio of mass of atom present in molecule and table 3.2। table 3.4 ਤੇ 3.2 ਕਿਹੜੇ ਟੇਬਲ ਆ ਰਿਹਾ? 3.4। ਠੀਕ ਹੈ। Find the ratio by number of atoms of elements in the molecules of the compound given in table 3.1। ਚਲੋ ਮੈਂ ਦੱਸਦਾ ਕੀ ਕਹਿੰਦਾ। ਐਲੀਮੈਂਟ ਰੇਸ਼ੀਓ ਬਾਈ ਮਾਸ, ਜਿਵੇਂ H ਸੀ ਤੇ O ਸੀ। ਰੇਸ਼ੀਓ ਬਾਈ ਮਾਸ, ਇਹਦਾ ਮਾਸ 1 ਤੇ ਇਹਦਾ 2। ਕਿਵੇਂ? H2O ਦੇ ਵਿੱਚ 2 H ਨੇ ਤਾਂ 2, ਮਾਸ 2 ਆ ਗਿਆ। ਆਕਸੀਜਨ 1 ਹੈ ਤਾਂ ਇੱਕ ਆਕਸੀਜਨ ਦਾ ਮਾਸ ਹੁੰਦਾ 16, 2:16, that is 1:8, 1:8 ਆ ਗਿਆ। ਐਟੋਮਿਕ ਮਾਸ ਯੂਨਿਟ ਦੇ ਹਿਸਾਬ ਨਾਲ ਵੇਖੀਏ, ਐਟੋਮਿਕ ਮਾਸ ਯੂਨਿਟ ਦੇ ਹਿਸਾਬ ਨਾਲ ਹਾਈਡਰੋਜਨ ਹੁਣ 1 ਹੀ ਲੈ ਕੇ ਚੱਲੇਗਾ ਤਾਂ 1 ਇੱਧਰ, ਆਕਸੀਜਨ 16। ਜਦੋਂ ਐਟੋਮਿਕ ਮਾਸ ਯੂਨਿਟ ਦੇ ਹਿਸਾਬ ਨਾਲ ਚੱਲਣਾ, ਉਦੋਂ ਆਪਾਂ ਸਿਰਫ 1 H ਨੂੰ ਕੰਸੀਡਰ ਕਰਦੇ ਪਏ ਹਾਂ। ਠੀਕ ਹੈ। ਮਾਸ ਰੇਸ਼ੀਓ ਬਾਈ ਐਟੋਮਿਕ ਮਾਸ, ਦਿਸ ਬਾਈ ਦਿਸ ਕੀਤਾ ਹੈ, ਦਿਸ ਬਾਈ ਸਿੰਪਲੈਸਟ ਰੇਸ਼ੀਓ ਕੀ ਆ ਗਈ? 2:1। ਸਿੰਪਲੈਸਟ ਰੇਸ਼ੀਓ ਮਤਲਬ ਕਿੰਨੇ ਹਾਈਡਰੋਜਨ ਮਗਰ ਕਿੰਨੀਆਂ ਆਕਸੀਜਨ ਹੈਗੀਆਂ ਨੇ। 2:1, 2 ਹਾਈਡਰੋਜਨ ਹੈਗੇ ਸੀ, 2 ਲਿਖਤਾ, ਆਕਸੀਜਨ 1 ਸੀ, 1 ਲਿਖਤਾ। ਮੈਂ ਇੱਕ ਐਗਜ਼ਾਮਪਲ ਕਰਾਣਾ, ਤੁਹਾਨੂੰ ਕਲੀਅਰ ਹੋ ਜਾਏਗਾ। ਚਲੋ ਅਮੋਨੀਆ ਕਰਦੇ ਆ, NH3, NH3। ਚਲੋ ਰੇਸ਼ੀਓ, ਸਿੰਪਲੈਸਟ ਰੇਸ਼ੀਓ ਨੇ ਕਹੀ ਹੈ ਟੇਬਲ ਚ ਕੱਢਣ ਵਾਸਤੇ, ਸਿੰਪਲੈਸਟ ਰੇਸ਼ੀਓ ਕੱਢੀਏ। ਅਮੋਨੀਆ ਕਿੰਨੇ ਨੇ? 1, 1:3 ਆ ਗਿਆ।
ਹੁਣ ਆਪਾਂ ਕਰਦੇ ਕਾਰਬਨ ਡਾਈਆਕਸਾਈਡ ਦੀ 1 ਕਾਰਬਨ ਲੱਗੀ ਹੋਈ ਹੈ ਆਕਸੀਜਨ ਕਿੰਨੀਆਂ ਨੇ 2 1:2 ਮੰਨ ਲਓ ਕੋਈ NH4 ਦੇ ਦੇ ਸਿੰਪਲੈਸਟ ਰੇਸ਼ੀਓ ਬਾय ਨੰਬਰ ਇਹਨੂੰ ਸਿੰਪਲੈਸਟ ਰੇਸ਼ੀਓ ਐਵੇਂ ਕਹਿ ਸਕਦੇ ਰੇਸ਼ੀਓ ਬਾय ਨੰਬਰ ਆਫ ਐਟਮਸ ਪ੍ਰੈਜ਼ੈਂਟ 1:4 4 ਨਾਈਟ੍ਰੋਜਨ ਨੇ ਤੇ 1 ਇਹੀ ਉਹਨੇ ਕਿਹਾ ਕਰਨ ਨੂੰ ਕਿਹਾ ਰੇਸ਼ੀਓ ਆਫ ਨੰਬਰ ਆਫ ਐਟਮਸ ਫॉर द ਫੋਲੋਇੰਗ ਵਾਟਰ ਮੋਲੀਕੂਲ ਦੀ ਦਿੱਤੀ ਹੋਈ ਹੈ ਉਹਨੇ ਕਿਹਾ ਸਾਰੇ ਦੇ ਸਾਰੇ ਜਿੰਨੇ ਆ ਤਿੰਨ ਦਿੱਤੇ ਨੇ ਇਹਦੀ ਕੀ ਕੱਢਣੀ ਹੈ ਰੇਸ਼ੀਓ ਬਾय ਨੰਬਰ ਆਫ ਐਟਮਸ ਆਫ ਐਲੀਮੈਂਟਸ ਉਹ ਆਪਾਂ ਕੱਢ ਲਈ ਠੀਕ ਹੈ the ratio of number of atoms for hydrogen is H ratio O H ਕਿੰਨੇ ਸੀ 2 O ਕਿੰਨੀਆਂ ਸੀ 1 NH3 ਚ N ਕਿੰਨੇ ਨੇ 1 H ਕਿੰਨੇ ਨੇ 3 1:3 CO2 ਚ C ਕਿੰਨੀਆਂ ਨੇ 1 O ਕਿੰਨੀਆਂ ਨੇ ਰੇਸ਼ੀਓ 2 what is an ion ਇੱਕ ਆਇਨ ਕੀ ਹੈ compounds composed of metals and non-metals contain charge species ਇਹੋ ਜਿਹੇ compounds ਜਿਨ੍ਹਾਂ ਉੱਪਰ ਚਾਰਜ ਹੁੰਦਾ ਹੈ ਤੇ ਜਿਹੜੇ ਇੱਕ ਮੈਟਲ ਤੇ ਇੱਕ ਨੋਨ ਮੈਟਲ ਤੋਂ ਬਣੇ ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਆਇਨਸ ਜਿਵੇਂ the charged species are known as ions an ion is a charged particle and can be negatively or positively charged a negatively charged ion is called an anion and positively charged ion is called cation ਜਿਹੜਾ negatively charged ਹੁੰਦਾ ਹੈ ਉਹਨੂੰ ਕਹਿੰਦੇ ਨੇ anion ਤੇ ਜਿਹੜਾ positively charged ਹੁੰਦਾ ਹੈ ਉਹਨੂੰ ਕਹਿੰਦੇ ਨੇ cation ਇਹ ਮੈਂ ਪਤਾ ਕਿਵੇਂ ਯਾਦ ਰੱਖਦਾ ਮੇਰਾ ਨਾ ਇੱਕ ਦੋਸਤ ਹੈ ਉਹਨੂੰ ਕੈਟਸ ਬੜੀਆਂ ਵਧੀਆ ਲੱਗਦੀਆਂ ਨੇ ਕੈਟਸ ਬਿੱਲੀਆਂ ਬੜੀਆਂ ਵਧੀਆ ਲੱਗਦੀਆਂ ਨੇ ਉਹਨੂੰ ਐਂ ਪੋਜ਼ਿਟਿਵ ਜਿਹਾ ਰਹਿੰਦਾ ਉਹ ਹੁਣ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਉਹਨੂੰ ਕੈਟਸ ਤੋਂ ਤਾਂ ਮੈਂ ਐਵੇਂ ਯਾਦ ਰੱਖਿਆ ਹੈ ਵੀ ਪੋਜ਼ਿਟਿਵ ਕੈਟਾਇਨ ਠੀਕ ਹੈ ਟੇਕ ਫੋਰ ਐਗਜ਼ਾਮਪਲ ਆਫ ਸੋਡੀਅਮ ਕਲੋਰਾਈਡ ਘਰੇ ਨਮਕ ਵਰਤਦੇ ਆ NaCl ਇਹਨੂੰ ਤੋੜ ਦੋ ਪਾਣੀ ਚ ਪਾ ਦੋ ਠੀਕ ਹੈ Na ਦੇ ਉੱਤੇ ਪੋਜ਼ਿਟਿਵ ਚਾਰਜ ਆ ਜਾਏਗਾ ਤੇ Cl ਦੇ ਉੱਤੇ ਨੈਗੇਟਿਵ ਚਾਰਜ ਆ ਜਾਏਗਾ ਇਟ constituents particle are positively charged sodium ions ਆ ਹੋ ਗਿਆ ਆਪਣੇ ਕੋਲ ਕੈਟਾਇਨ ਇਹਦੇ ਤੇ ਆ ਹੋ ਗਏ ਅਨਾਇਨ ਠੀਕ ਹੈ and negatively charged chloride ions ions may consist of single charge atom or a group of atoms that have net charge on them a group of atom carrying a charge is known as polyatomic ion ਐਵੇਂ ਵੀ ਹੋ ਸਕਦਾ ਹੈ ਕਿਸੇ ਕੋਈ ਗਰੁੱਪ ਹੋਵੇ A B ਇਹਦੇ ਉੱਤੇ ਵੀ ਚਾਰਜ ਹੋ ਸਕਦਾ -2 ਹੋ ਸਕਦਾ ਕੋਈ ਐਟਮਸ ਐਵੇਂ ਦੇ ਜੁੜੇ ਹੋਣ C ਤੇ B ਇਹਨਾਂ ਦੇ ਉੱਤੇ +3 ਹੋਵੇ ਤਾਂ ਇਹਨਾਂ ਐਵੇਂ ਦੇ ਨੂੰ ਆਪਾਂ ਕਹਿੰਦੇ ਆ ਪੋਲੀਐਟੋਮਿਕ ਆਇਨ we shall learn more from the information given in the table ਕੈਲਸ਼ੀਅਮ ਆਕਸਾਈਡ ਕੈਲਸ਼ੀਅਮ ਤੇ ਆਕਸੀਜਨ ਇਹਦੇ ਚ 5 ਕੈਲਸ਼ੀਅਮ 5 ਮਾਸ ਇਹਦਾ ਤੇ 2 ਮਾਸ ਇਹਦਾ ਮੈਗਨੀਸ਼ੀਅਮ ਸਲਫਾਈਡ ਮੈਗਨੀਸ਼ੀਅਮ ਦਾ 3:4 ਆ ਗਿਆ ਸੋਡੀਅਮ ਕਲੋਰਾਈਡ 23:35 ਦੇਖਿਆ ਸੋਡੀਅਮ NaCl ਸੋਡੀਅਮ ਦਾ ਮਾਸ 23 ਕਲੋਰੀਨ ਦਾ 35.5 ਤਾਂ ਬਸ ਰੇਸ਼ੀਓ ਚ ਲਿਖਤਾ ਸਿਮਿਲਰ ਵੇ ਨਾਲ ਇਹਦੇ ਚ ਲਿਖਿਆ ਠੀਕ ਹੈ ਨੈਕਸਟ ਜਿਹੜਾ ਟੌਪਿਕ ਹੈ ਰਾਈਟਿੰਗ ਕੈਮੀਕਲ ਫਾਰਮੂਲਾ ਰਾਈਟਿੰਗ ਕੈਮੀਕਲ ਫਾਰਮੂਲਾ ਉਦੋਂ ਹੀ ਤੁਹਾਨੂੰ ਸਮਝ ਆਏਗਾ ਬੇਟਾ ਜਦੋਂ ਤੁਸੀਂ 1 ਤੋਂ ਲੈ ਕੇ 30 ਤੱਕ ਐਟੋਮਿਕ ਨੰਬਰ ਉਹਨਾਂ ਦੇ ਐਟੋਮਿਕ ਮਾਸ ਯਾਦ ਕਰ ਲਓ ਐਟੋਮਿਕ ਨੰਬਰ ਤੇ ਉਹਨਾਂ ਦੇ ਐਟੋਮਿਕ ਮਾਸ ਜਿਹੜੇ ਨੇ ਯਾਦ ਕਰ ਲਓ ਠੀਕ ਹੈ ਕੋਈ ਔਖੇ ਨਹੀਂ ਹੈਗੇ ਰੋਜ਼ ਦੇ 5 ਕਰਨੇ ਨੇ ਯਾਦ ਆਪਣੇ ਆਪ ਯਾਦ ਹੋ ਜਾਣਗੇ ਹਾਈਡਰੋਜਨ ਹੀਲੀਅਮ ਲਿਥੀਅਮ ਬੈਰੀਲੀਅਮ ਬੋਰਨ ਕਾਰਬਨ ਨਾਈਟ੍ਰੋਜਨ ਆਕਸੀਜਨ ਫਲੋਰੀਨ ਨਿਓਨ ਪਹਿਲੇ 10 ਸਾਲ ਲਿਖੇ ਪਏ ਨੇ ਤੁਸੀਂ ਗੂਗਲ ਤੇ ਸਰਚ ਕਰਨਾ ਹੈ ਐਟੋਮਿਕ ਨੰਬਰ ਫਰੋਮ 1 to 30 ਉਹ ਪੇਜ ਵੇਖਣਾ ਤੇ ਉਹਨੂੰ ਯਾਦ ਕਰਨਾ ਠੀਕ ਹੈ
ਨੈਕਸਟ ਕਲਾਸ ਕੱਲ ਲਾਵਾਂਗੇ। ਚਲੋ ਥੈਂਕ ਯੂ ਸਭ ਦਾ। ਮੈਂ ਉਮੀਦ ਕਰਦਾ ਕਿ ਸਾਰਿਆਂ ਨੂੰ ਐਟਮਸ, ਮੋਲੀਕੂਲਸ, ਐਲੀਮੈਂਟਸ, ਕੰਪਾਊਂਡਸ, ਆਇਨਸ ਇਹਨਾਂ ਸਾਰਿਆਂ 'ਚ ਤਾਂ ਡਿਫਰੈਂਸ ਪਤਾ ਚੱਲ ਹੀ ਗਿਆ ਹੋਏਗਾ। ਅਗਰ ਨਹੀਂ ਪਤਾ ਚੱਲਿਆ ਤਾਂ ਵੀਡੀਓ ਨੂੰ ਬੈਕ ਕਰਕੇ ਤੁਸੀਂ ਇੱਕ ਵਾਰ ਦੁਬਾਰਾ ਦੇਖ ਸਕਦੇ ਹੋ, ਭਾਵੇਂ ਵਾਰ-ਵਾਰ ਦੁਬਾਰਾ ਦੇਖ ਸਕਦੇ ਹੋ। ਅਗਰ ਫਿਰ ਵੀ ਕੋਈ ਡਾਊਟ ਆਉਂਦਾ ਤਾਂ ਤੁਸੀਂ ਕਮੈਂਟ ਕਰ ਦੇਣਾ ਵੀ ਸਰ ਆਹ ਗੱਲ ਜੀ ਜਿਹੜੀ ਸਾਨੂੰ ਸਮਝ ਹੀ ਨਹੀਂ ਆਈ, ਮੈਂ ਤੁਹਾਨੂੰ ਡੈਫੀਨੇਟਲੀ ਉਹਦਾ ਰਿਪਲਾਈ ਦੇਵਾਂਗਾ। ਤੇ ਦੂਸਰੀ ਗੱਲ, ਅਗਰ ਤੁਸੀਂ ਕਲਾਸ ਲਗਾਉਂਦੇ ਹੋ ਤੇ ਤੁਹਾਨੂੰ ਸਾਰੀ ਗੱਲ ਸਮਝ ਲੱਗ ਜਾਂਦੀ ਤਾਂ ਐਂਡ ਤੇ ਕਮੈਂਟ ਇੱਕ ਜ਼ਰੂਰ ਕਰ ਦਿਆ ਕਰੋ ਕਲਾਸ ਲਗਾਉਣ ਤੋਂ ਬਾਅਦ ਵੀ ਸਰ ਗੱਲ ਸਮਝ ਲੱਗ ਗਈ। ਠੀਕ ਹੈ ਬੇਟਾ, ਥੈਂਕ ਯੂ ਸਾਰਿਆਂ ਦਾ, ਥੈਂਕ ਯੂ ਸੋ ਮਚ। ਮਿਲਦੇ ਆ ਅਗਲੀ ਕਲਾਸ ਦੇ ਵਿੱਚ।